ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਏ ਅਨੇਕ ਭਗਤ, ਜਿਨ੍ਹਾਂ ਦੇ ਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ। ਚੂੰਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ। ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿਦਿਆ ਆਪਨੇ ਸੰਸਕਾਰ ਚੂੰਕਿ ਬ੍ਰਾਹਮਣਾਂ ਦੇ ਸਨ, ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਚੂੰਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮर्रा ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ, ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦ ਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਾ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿਠਲ ਦੇ ਮੰਦਰ ਦੇ ਵਿੱਚ ਗੀਤ ਗੋਬਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ, ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਦੇ ਵਿੱਚ ਸਿਰਫ 2 ਦਿਨ ਰਹਿ ਗਏ। ਗੀਤ ਗੋਬਿੰਦ ਦੇ ਵੀ ਸਿਰਫ 2 ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਦੇ ਚੋਂ ਕੋਈ ਗੀਤ ਦੀ ਲਾਈਨ ਨਾ ਆਈ ਤੇ ਕਲਮ ਲਿਖਣ ਦੇ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪਾਉਣੀ ਵਿੱਚ ਇੰਜ ਕਲਮਬੰਦ ਕਰਦੇ ਨੇ। ਪ੍ਰੇਮ ਭਗਤ ਜੈਦੇਵ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਤ ਵਖਾਣ ਦਾ, ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਵੜੋ, ਬਨ ਪੁਸਤਕ ਸੰਧਿਆ ਕਰ ਆਵੇ। ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮर्रा ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਬਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮर्रा ਦੇ ਕਰਮ ਵਿੱਚ ਮਸ਼ਗੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ, ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਬਿੰਦ ਦੇ ਵਿੱਚ ਸਿਰਫ 1-2 ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ। ਨਿਰਾਸ਼ ਹੋ ਕੇ ਜਦ ਘਰ ਲੌਟੇ ਤਾਂ ਆਪ ਨੇ ਪਤੀ ਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ, ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਵਿੱਚ ਪਤਨੀ ਵੀ ਸ਼ਾਮਲ ਹੋਈ। ਔਰ ਇਹ ਹਕੀਕਤ ਹੈ, ਜਦ ਕੋਈ ਮਹਾਨ ਦਾਰਸ਼ਨਿਕ, ਮਹਾਨ ਕਵੀ ਕਿਸੇ ਉਲਝਣ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਆਉਂਦਾ ਜਾਂ ਉਸ ਦੇ ਦਿਮਾਗ ਦੇ ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ, ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ, ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ, ਇਹ ਉਹ ਕਵੀ ਹੀ ਜਾਣਦਾ ਹੈ, ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ। ਤਾਂ ਕਾਫੀ ਦੁਖੀ ਤੇ ਚਿੰਤਾਤਰ ਮਨ ਨਾਲ ਰਾਤ ਨੂੰ ਸੌਂ ਗਏ। ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮर्रा ਦੇ ਕਰਮ ਦੇ ਮੁਤਾਬਕ ਗ੍ਰੰਥ ਚੁੱਕਿਆ, ਪਰ ਪਤਨੀ ਨੇ ਆਖਿਆ ਨਹੀਂ, ਤੁਸੀਂ ਪਹਿਲੇ ਜਾਓ ਨਦੀ ਤਟ ਤੇ ਇਸ਼ਨਾਨ ਕਰੋ, ਰੋਜ਼ਮर्रा ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ, ਪ੍ਰਭੂ ਭਗਤੀ ਕਰੋ, ਨਿਤਨੇਮ ਕਰੋ, ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ। ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ।
ਆਪ ਰਹਿਮਤ ਕਰਨਗੇ। ਕਹਿੰਦੇ ਨੇ ਪਤਨੀ ਦੀ ਇਹ ਗੱਲ ਮਨ ਚਿੰਤਾਤੁਰ ਮਨ ਦੇ ਨਾਲ ਸ਼੍ਰੀ ਜੈਦੇਵ ਨਦੀ ਤਟ ਦੀ ਤਰਫ ਜਾ ਰਹੇ ਨੇ, ਸੋਚਦੇ ਹੋਇਆ ਕਿ ਕੋਈ ਲਾਈਨ ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ, ਪਰ ਕੁਛ ਉਭਰਦੀ ਦਿਖਾਈ ਨਹੀਂ ਦਿੰਦੀ। ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ ਜਿਹਦੇ 'ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ, ਸਿਆਰਾ ਵੀ ਨਹੀਂ। ਕਹਿੰਦੇ ਨੇ ਇਧਰ ਜੈਦੇਵ ਰੁਖਸਤ ਹੋਏ ਨਦੀ ਤਟ ਦੀ ਤਰਫ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ। ਜੈਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਬਿੰਦ ਦੀਆਂ 2 ਪੰਕਤੀਆਂ ਲਿਖ ਦਿੱਤੀਆਂ, ਸੁਨਹਿਰੀ ਸਿਆਹੀ ਦੇ ਚ ਲਿਖੀਆਂ, ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ। ਲਿਖਦੇ ਆਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ 'ਚ ਹੀ ਵਾਪਸ ਆ ਗਏ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਜੈਦੇਵ ਜੋ ਵਾਸਤਵਿਕ ਗੁਣ ਨਿਧਾਨ ਪ੍ਰਭੂ ਆਪ ਸਨ, ਕਹਿਣ ਲੱਗੇ ਪੰਕਤੀ ਫੁਰ ਗਈ ਸੀ, ਲਿਖਣ ਲਈ ਵਾਪਸ ਆ ਗਿਆ। ਗ੍ਰੰਥ ਸੰਪੂਰਨ ਹੋ ਗਿਆ, ਗ੍ਰੰਥ ਮੁਕੰਮਲ ਹੋ ਗਿਆ। ਗੀਤ ਗੋਵਿੰਦ ਸੰਪੂਰਨ ਕਰਕੇ ਅਲੋਪ ਹੋ ਗਈ ਇਹ ਅਗੰਮੀ ਸ਼ਕਤੀ। ਪਦਮਾਵਤੀ ਭੋਜਨ ਬਣਾਉਣ ਦੇ ਚਲੀਨ। ਇਤਨੀ ਦੇਰ ਦੇ ਚ ਸ਼੍ਰੀ ਜੈਦੇਵ ਜੀ ਮਹਾਰਾਜ ਨਦੀ ਤਟ ਤੋਂ ਇਸ਼ਨਾਨ ਕਰਕੇ ਵਾਪਸ ਆਏ। ਗੋਬਿੰਦ ਗੋਬਿੰਦ ਦੀ ਧੁਨ ਗੀਤ ਅਲਾਪਦੇ ਆ। ਘਰ ਦੇ ਚ ਪ੍ਰਵੇਸ਼ ਹੁੰਦੇ ਆ ਕੀ ਦੇਖਦੇ ਨੇ, ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ, ਪਰ ਤੂੰ ਵੀ ਭੁੱਲ ਗਈ। ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਹੁੰਦੀ ਸੀ, ਅੱਜ ਕੀ ਹੋ ਗਈ? ਬਹੁਤ ਭੁੱਖ ਲੱਗੀ। ਕਹਿਣ ਲੱਗੇ ਨਹੀਂ, ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ, ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ, ਪਰ ਹੁਣ ਖੁਸ਼ੀ ਇਤਨੀ ਪ੍ਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ। ਜੈਦੇਵ ਸੁਣ ਕੇ ਦੰਗ ਰਹਿ ਗਿਆ, ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹੈ? ਹਾਂ ਸੰਪੂਰਨ ਹੋ ਗਿਆ, ਤੁਸੀਂ ਖੁਦ ਤੇ ਕਿਹਾ। ਔਰ ਉਹ 2 ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ, ਮੈਂ ਖੁਦ ਵੇਖੀਆਂ ਨੇ। ਭੱਜੇ ਹੋਏ ਜੈਦੇਵ ਗਏ, ਗ੍ਰੰਥ ਨੂੰ ਖੋਲਦੇ ਨੇ, ਵਾਕਈ ਗ੍ਰੰਥ ਸੰਪੂਰਨ 2 ਪੰਕਤੀਆਂ ਸੁਨਹਿਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ। ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ। ਜੈਸੇ ਉਸ ਪੰਕਤੀ ਨੂੰ ਪੜ੍ਹਦੇ ਨੇ ਵਿਸਮਾਦ ਘਰ ਦੇ ਚਲੇ ਗਏ, ਅਰਚਜਤਾ ਤੇ ਰਹਿਸ ਦੇ ਚਲੀਨ ਹੋ ਗਏ। ਇੱਕਦਮ ਆਪ ਤੇ ਸਰੂਰ ਤਾਰੀ ਹੋਇਆ। ਅਰਦਾਸ ਕੀਤੀ, हे ਤ੍ਰਿਭੁਵਨ ਧਨੀ, हे ਪਰਿਪੂਰਨ ਪ੍ਰਮਾਤਮਾ, ਤੂੰ ਮੇਰੇ ਦਿਮਾਗ ਦੇ ਚ ਹੀ ਥੋੜੀ ਸ਼ਕਤੀ ਪਾ ਦੇਂਦਾ, ਇਹ ਮੈਂ ਆਪ ਲਿਖ ਲੈਂਦਾ। ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਨੇ ਅਲਹਾਮ ਹੋਇਆ, ਆਕਾਸ਼ ਬਾਣੀ ਹੋਈ, ਅੰਤਰਾਤਮਾ ਬੋਲੀ, ਜੈਦੇਵ ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਦੇ ਚ ਇਹ ਕਮੀ ਪਾਈ, ਖੁਦ ਲਿਖੀਆਂ ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ, ਇਸ ਦਾ ਕਰਤਾ ਮੈਂ ਹਾਂ। ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ, ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ। ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਤੇ ਮੇਰੇ ਵਿੱਚ ਕੋਈ ਵਿਤ ਹੋਵੇ। ਬਾਰ-ਬਾਰ ਧੰਨਵਾਦ ਦੇ ਨਾਲ ਭਰੇ ਜੈਦੇਵ ਅਸ਼ਕਬਾਰ ਹੋ, ਬਾਰ-ਬਾਰ ਸਜਦੇ ਜਿ ਛੋਏ, हे ਪ੍ਰਭੂ ਲੱਖ ਲੱਖ ਤੇਰਾ ਸ਼ੁਕਰ। ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ हे ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਵਿੱਚ ਤੂੰ ਹੀ ਕੰਮ ਕਰ ਰਿਹਾ ਹੈ, ਤੂੰ ਹੀ ਵਸਿਆ, ਤੂੰ ਹੀ ਰਮਿਆ ਹੈ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮਕ ਗ੍ਰੰਥ ਭਗਤਾਂ ਦੀ ਦੁਨੀਆ 'ਚ ਬਹੁਤ ਹੀ ਪ੍ਰਸਿੱਧ ਹੈ ਔਰ ਇਹਨੂੰ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਝ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਝ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਸੰਸਕ੍ਰਿਤ ਦੇ ਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਹੇ ਮਨ ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ, ਰਾਮ ਕੈਸਾ ਹੈ, ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ,
किस राम दा चिंतन करिए, किस राम दे सुरत लीन करिए, तो उस राम दी आप तशरीह करदे ने, उस राम दी आप व्याख्या करदे ने। इस पदे दे विच परमाद पुरख मनोपिमं सत्यादि भाव रतन पर मदभुतन पर कृत परन जद चिंत सर्ब गतन। परमाद जो परम आद है, अनादि है, जिसदा मूल नहीं लभ्या जा सकदा और जो सब दा मूल है, जिहदी बुनियाद दा कोई पता नहीं, जो सब दी बुनियाद है, जो सब दी जड़ है, जो सब दा आधार है। ऐसा जिहड़ा ब्रह्म है वो अनादि है। परमाद पुरख वो फिर पूरे होया है। पुरख तो मुराद पुरी पुरी बसंता सा पुरखा, जो पुरियां पुरियां दे च रमिया आया है, व्यापक है, वो पुरख है। परमाद पुरख मनोपिमं, मनो उपमा तो रहत है। दरअसल मन अपने अनुभव दे च पूर्ण तौर ते परमात्मा नूं नहीं लिया सकदा। मन पूर्ण तौर ते जिस नूं सोच नहीं सकदा, मन जिस दी पूर्ण तौर ते कल्पना नहीं कर सकदा, ते जिस दी मन ही कल्पना नहीं कर सकदा, ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ, ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। कल्पना दी प्रवाज बड़ी बुलंद है, कल्पना बहुत दूर तक चली जाती है। पर श्री जयदेव जी महाराज कहते ने, चाहे कल्पना दी प्रवाज कितनी उच्ची क्यों ना होवे, कितनी दूर दी क्यों ना होवे, कितनी गहरी क्यों ना होवे, फिर भी परमात्मा मेरी कल्पना दे च नहीं आउंदा। वो किसी दी कल्पना दे च नहीं आउंदा। मन दी सोच तो परे, मन दी विचार तो परे। इस वास्ते आप कहते हैं मनोपिमं, मनो उपमा तो रहत है। परमाद पुरख मनोपिमं सत्य आदि भाव रतन, वो सत चित आनंद आदिक भावां दे नाल रतिया होया है। वो सत है, वो चित प्रकाशमयी है और वो आनंद स्वरूप है। एक पंक्ति दे राम दी व्याख्या इंज करदे ने, प्रमाद पुरख मनोपिमं सत्य आदि भाव रतन परम अद्भुतन, परम अद्भुत रूप है, परम आश्चर्य रूप है। मनुख उत्थे आश्चर्य हो जांदा है, हैरान हो जांदा है, बिस्माद हो जांदा है। जिन्नू वेखे ते पूरा वेख ना सके, जिन्नू सोचे ते पूरा सोच ना सके, और जिसनू चखे ते पूरा स्वाद ना मान सके, फिर भी वो बच रहे। जिन्नू सुने ते फिर भी पूरा ना सुन सके, उत्थे बिस्माद दा तारी होना कुदरती गल है। उत्थे आश्चर्यता ते रहस दा पैदा होना कुदरती गल है। कहंदे ने एक बच्चा रहस दे च जीवदा है, एक कवि रहस दे च जीवदा है, एक संत रहस दे च जीवदा है। अजोका समा चूंकि इस ढंग दा बतीत हो रहा है कि हर मनुख ऐसा कहंदा मैं सब कुछ जानदा, चाहे कुछ भी नहीं जानदा। मैं ते सब कुछ वेख लिया, मैं ते सारा सुन लिया, मैं उसनू पूर्ण तौर ते सोच लिया। अगर ऐसा कोई दावा करे तो आश्चर्यता नहीं पैदा होंदी, रहस नहीं पैदा होंदा, बिस्माद नहीं पैदा होंदा। इस तरह का दावा करने वाले अजोके समय बहुत ज्यादा ने। क्योंकि अज दे समय जितने कॉलेज ने, जितने विद्यालय ने, ये पहले नहीं सी। अजोकी विद्या ने भावें कुछ दिता है या नहीं, लेकिन रहस नू खत्म जरूर कीता है, विस्माद नू खत्म जरूर कीता है। मनुख दी दुनिया दे जो एक विस्माद सी, रहस सी, वो खत्म हो गई। वो अज देखण नू नहीं मिलता। हाँ, बच्चे कोल ये विस्माद है, अजे अबोध है। उसदा विस्माद अबोध अवस्था ते खड़ा है, अचेत अवस्था ते खड़ा है। फिर कवि कोल विस्माद है, या इन कह लो कविता दा जन्म ही विस्माद तो होंदा है, कविता दा जन्म ही रहस तो होंदा है। तो कवि रहसवादी होंदे ने, संत रहसवादी होंदे ने। वो जो कुछ भी वेखदे ने वो ऐसा महसूस करते हैं कि एक रेत दे जर्रे नू भी पूर्ण तौर ते वेखना बड़ा औखा है, क्योंकि वह भी अपने विच बहुत कुछ छुपाई बैठा है, बहुत कुछ छुपाई बैठा है। सूरज नू ते पूर्ण तौर ते देखना बड़ा कठिन है, पर एक जर्रे नू भी पूर्ण तौर ते देखना बड़ा कठिन है। एक दरखत नू ते पूर्ण तौर ते देखना बड़ा कठिन है, पर एक पत्ते नू भी पूर्ण तौर ते देखना बड़ा कठिन है। उहदे विच भी बहुत कुछ छुपया होया है, बहुत कुछ गुप्त है, बहुत कुछ सूक्ष्म है। तो जैसे ये बोध होंदा है कि बहुत कुछ सूक्ष्म छुपया होया है जो मैं नहीं देख सकता, बहुत कुछ अदृश्य है, तो रहस्य पैदा हो जाता है। फिर बिस्माद
ਮੰਡਲ ਧਾਰੀ ਹੋ ਜਾਂਦਾ ਹੈ। ਤੋ ਕਵੀ ਬਿਸਮਾਦ ਵਿੱਚ ਜੀਵਦੇ ਨੇ, ਸੰਤ ਬਿਸਮਾਦ ਵਿੱਚ ਜੀਵਦੇ ਨੇ। ਭਗਤ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮ ਅਦਭੁਤਨ, ਉਹ ਪਰਿਪੂਰਨ ਪ੍ਰਮਾਤਮਾ ਪਰਮ ਅਚਰਜ ਰੂਪ ਹੈ। ਪਰਕ੍ਰਿਤ ਪਰਨ, ਉਹ ਪ੍ਰਕਿਰਤੀ ਤੋਂ ਪਰੇ ਹੈ। ਕਹਿੰਦੇ ਨੇ ਰਾਬਿੰਦਰ ਨਾਥ ਟੈਗੋਰ ਸਾਗਰ ਤੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ। ਰਸਤੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ। ਸਵੇਰ ਦਾ ਵਕਤ ਹੈ। ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ। ਇਹ ਸਾਰਾ ਦ੍ਰਿਸ਼ ਵੇਖ ਕੇ ਰਾਬਿੰਦਰ ਨਾਥ ਟੈਗੋਰ ਨੱਚ ਉੱਠੇ। ਕਹਿਣ ਲੱਗੇ, ਹੇ ਪ੍ਰਭੂ, ਤੇਰੀ ਅਚਰਜਤਾ ਜੋ ਮੇਰੇ ਤੇ ਅੱਜ ਪ੍ਰਗਟ ਹੋਈ ਏ ਉਹ ਇਹ ਕਿ ਮੈਂ ਤੇਰੀ ਨਿਰਲੇਪਤਾ ਦਾ ਗਿਆਨ ਹਾਸਲ ਕਰ ਲਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ, ਫਿਰ ਵੀ ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ, ਫਿਰ ਵੀ ਸੂਰਜ ਗੰਦਾ ਨਹੀਂ ਹੋ ਰਿਹਾ। ਤੂੰ ਮੇਰੇ ਗੰਦੇ ਸਰੀਰ ਦੇ ਰੋਮ ਰੋਮ ਵਿੱਚ ਬੈਠਾ ਹੈ, ਫਿਰ ਵੀ ਤੂੰ ਗੰਦਾ ਨਹੀਂ ਹੈ, ਤੂੰ ਨਿਰਲੇਪ ਹੈ, ਪ੍ਰਕਿਰਤੀ ਤੋਂ ਪਰੇ ਹੈ, ਸਭ ਕੁਝ ਤੇ ਵਿੱਚ ਹੈ, ਸਭ ਕੁਝ ਤੇ ਦੂਰ ਹੈ। ਸਭ ਕੇ ਮਤ ਸਭੋਂ ਤੇ ਬਾਹਰ, ਸਾਰਿਆਂ ਦੇ ਚ ਤੂੰ ਹੈ, ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ, ਨਿਰਲੇਪ ਹੈ। ਤੋ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਦ ਭੁਤਨ ਪਰਕ੍ਰਿਤ ਭਰਨ ਜਦ ਚਿੰਤ ਸਰਬ ਗਤਨ, ਜਿਸ ਦਾ ਚਿੰਤਨ ਕਰਨ ਦੇ ਨਾਲ ਸਰਬ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਹੈ, ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ, ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ। ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ, ਪ੍ਰਮਾਦ ਪੁਰਖ ਮਨੋਪਿਮੰ ਸਤ ਆਦਿ ਭਾਵ ਰਤਨ ਪਰਮਦ ਭੁਤਨ ਪਰਕ੍ਰਿਤ ਪਰਨ ਜਦ ਚਿੰਤ ਸਰਬ ਗਤਨ ਕੇਵਲ RAM ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯਨ। ਐਸਾ ਜੋ ਅੰਮ੍ਰਿਤਮਈ RAM ਹੈ, ਪ੍ਰਮਾਤਮਾ ਦਾ ਨਾਮ ਹੈ, ਉਸ ਨੂੰ ਤੂੰ ਪਾਨ ਕਰ, ਉਸ ਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੂੰ ਆਨੰਦ ਮਾਣ। ਅਗਾਂਹ ਚੱਲ ਕੇ ਇਸੇ ਪਦ ਵਿੱਚ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਦਨੋਦ ਜਸ ਸਿਮਰਨੈਨ ਨਾ ਜਨਮ ਜਰਾਦ ਮਰਨ ਭਯੰ। ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁੱਖ, ਮਰਨ ਦਾ ਦੁੱਖ ਤੇ ਬੁਢੇਪੇ ਦਾ ਦੁੱਖ। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਇਹ ਤਿੰਨ ਦੁੱਖ ਬੜੇ ਪ੍ਰਬਲ ਮਨੇ ਨੇ, ਜਨਮ ਦਾ ਦੁੱਖ, ਮਰਨ ਦਾ ਦੁੱਖ ਤੇ ਬ੍ਰਿਧ ਅਵਸਥਾ ਦਾ ਦੁੱਖ। ਭਗਤ ਕਬੀਰ ਵੀ ਇਸ ਨੂੰ ਮੰਨਦੇ ਨੇ, ਜਬ ਲਗ ਜਰਾ रोग नहीं आया, जब लग काल ग्रसई नहीं काया, जब लग विकल भई नहीं बाणी, भज ले रे मन सारंग पानी। बुढ़े कुल तन ते है पर कुछ कर नहीं सकता, दिमाग है पूर्ण तौर ते सोच नहीं सकता, हथ पैर हैगे ने पूर्ण तौर ते कुछ कर नहीं सकते, चल नहीं सकते। इस वास्ते बृद्ध अवस्था नूं, पूर्ण बृद्ध अवस्था नूं रोगमई अवस्था करके आखे। तो श्री जयदेव जी महाराज कहते ਜਿਹਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ, ਮਰਨ ਦਾ ਦੁੱਖ, ਕਿਉਂਕਿ ਮੁੜ ਕੇ ਜੰਮਣਾ ਨਹੀਂ ਤਾਂ ਫਿਰ ਮਰਨਾ ਹੀ ਨਹੀਂ, ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਹਰੀ ਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਮ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦੇ। ਇੱਥੇ ਇੱਕ ਤਰਕ ਖੜੀ ਹੋਵੇਗੀ, ਚਲੋ ਜਨਮ ਮਰਨ ਤੋਂ ਭਗਤ ਬਚ ਜਾਂਦਾ ਹੈ, ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ? ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਗੁਰਮੁਖ ਕਦੇ ਬੁੱਢੇ ਨਾਈ ਜਿਨ ਅੰਤਰ ਸੁਰਤ ਗਿਆਨ। ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ, ਜਿੱਥੇ ਆਤਮ ਗਿਆਨ ਮੌਜੂਦ ਹੈ, ਐਸਾ ਬੰਦਾ ਚਾਹੇ ਸਰੀਰਕ ਤਲ ਤੇ ਬ੍ਰਿਧ ਵੀ ਹੋ ਜਾਏ ਪਰ ਉਹਦੀਆਂ ਉਮੰਗਾਂ ਹੁਲਾਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹਦੀ ਚੇਤੇ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਹੈ, ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਹੈ। ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ, ਇਹ ਬ੍ਰਿਧ ਹੋ ਗਿਆ, ਇਹ ਕਮਜ਼ੋਰ ਹੋ ਗਿਆ। ਨਹੀਂ, ਉਸਦਾ ਹੁਲਾਸ, ਉਸਦੀ ਉਮੰਗ, ਉਸਦੀ ਤੁਰੰਗ ਔਰ ਉਸਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕੰਮ ਕਰਦੀ ਹੈ। ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ। ਇਸ ਵਾਸਤੇ ਆਤਮਦਰਸ਼ੀ ਪੁਰਸ਼ਾਂ ਨੇ ਕਿਹਾ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਸ਼੍ਰੀ ਜੈਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਪਦੇ ਦੇ ਵਿੱਚ ਫਰਮਾਨ ਕਰਦੇ ਨੇ, ਨਾਦਨੋਦ ਜਸ ਸਿਮਰੈਨ ਨਾ ਜਨਮ ਜਰਾਦ ਮਰਨ ਭਯੰ। ਇੱਛਸ ਜਮਾਦ ਪਰਾ ਭਯੰ ਜਸਵਸ ਸੁਕ੍ਰਿਤ ਕ੍ਰਿਤਨ। ਜੇ ਤੈਨੂੰ ਇੱਛਾ ਹੈ ਐ ਬੰਦੇ ਕਿ ਤੂੰ ਜਮਾਂ ਦਾ ਤਿਸਕਾਰ ਕਰੇ, ਜਨਮ ਮਰਨ ਤੋਂ ਬਚੇ, ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ। ਜਸਵਸ ਸੁਕ੍ਰਿਤ ਕ੍ਰਿਤਨ, ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ। ਭਾਵ ਪ੍ਰਮਾਤਮਾ ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ,
ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ। ਇਸ ਨੂੰ ਤੂੰ ਕਰਨ। ਇਸੇ ਇੱਕ ਸ਼ੁਭ ਕਰਮ ਤੋਂ ਅਨੇਕਾਂ ਸ਼ੁਭ ਕਰਮ ਜਨਮ ਲੈਂਦੇ ਨੇ। ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੁਭ ਨਹੀਂ ਹੈ। ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ ਤਾਂ ਸ਼ੁਭ ਪਰਮਾਤਮਾ ਹੈ, ਸ਼ੁਭ ਈਸ਼ਵਰ ਹੈ। ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ, ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ। ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ, ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ। ਪਰ ਸ਼ੁਭ ਹੋਏ ਬਿਨਾ ਸ਼ੁਭ ਚਿੰਤਕ ਹੋਣਾ ਬਹੁਤ ਕਠਿਨ ਹੈ। ਸ਼ੁਭ ਹੋਏ ਬਿਨਾ ਸ਼ੁਭ ਕਾਮਨਾ ਕਰਨੀ ਬਹੁਤ ਔਖੀ ਹੈ। ਕਾਮਨਾ ਮੈਲੀਆਂ ਹੋਣਗੀਆਂ ਔਰ चिंतन जो है माड़ा ही जो है चलेगा। तो परिपूर्ण परमात्मा दा कल्याणकारी नाम, उसका जो शुभ कर्म है, उसका चिंतन ओ तू कर। इच्छस जमाद पराभयं जस्वस सुकृत कृतं भवभूत भाव समभ्यं प्रसन्न परमन प्रसन्न मिदन। श्री जयदेव जी महाराज कहते ने जो त्रैकालदर्शी है और एक सार परिपूर्ण जो रमया होया है, व्यापक है, भवभूत भाव समभ्यं, जो हुण भी है पहले भी सी अगां भी जो है होवेगा, जो हर समय मौजूद है। त्रैकालदर्शी है, भवभूत भाव समभ्यं परमन प्रसन्न मिदन, जो अत्यंत प्रसन्न चित्त है, जो अत्यंत परम आनंद दे चलीन है। तो उसदा ही कल्याणकारी जस उच्चारण कर। यही शुभ कर्म है, यही शुभ चिंतन है। अगां चल के श्री जयदेव जी महाराज फरमान करते ने, हर भगत निज नह केवला रिद कर्मणा बचसा। हरि दा भगत मन बाणी शरीर करके प्रभु नाल जुड़े होया है। ऐसा जो हरि दा भगत है, हर भगत निज नह केवला रिद कर्मणा बचसा, जोगेन किंग जगेन किंग दानेन किंग तपसा। ऐसा जो भगत है जो मन करके शरीर करके बाणी करके प्रभु विच लीन है, ओदे सामने जग तुच्छ है, जोग साधना भी तुच्छ है, और ऐसे भगत दे सामने दान भी कोई मैंने नहीं रखता। भाव दानी तो भी वो भगत उच्चा है, जोगी तो भी ऐसा भगत उच्चा है, और जग करने वाले तो भी ऐसा भगत उच्चा है। गुरु ग्रंथ साहब जी महाराज की बाणी मनदी है कि इन्हां सारे कर्म कांडां तो भगत दी जिंदगी उच्ची है। जोग जग ले फल तुम मानो, जो प्रभ जस बिरसरावे। जिथे भगत पहुंचे है उत्थे जोग जग दी पहुंच नहीं है, दान दी पहुंच नहीं है। इस सब कुछ तो उच्चा जीवदा है भगत। हर भगत निज नह केवला रिद कर्मणा बचसा, जोगेन किंग जगेन किंग दानेन किंग तपसा। इस पदे दे अखीर विच आप कहंदे ने, गोबिंद गोबिंदेत जप नर सकल सिद्ध पदन, जयदेव आयो तस्सु फटंग भवभूत सर्वगतं। गोबिंद गोबिंदा ऐ मनुख जाप कर, और इस तरह जाप करदियां ही तेनू सारी गतियां दी प्राप्ति होवेगी, तेनू सब कुछ दी प्राप्ति होवेगी। गोबिंद दे चिंतन दे च ही संसार दे सुख ने, परमारथ दे सुख ने। गोबिंद दे सिमरन दे च ही लोक सवर जांदा है, पर लोक सुहेला हो जांदा है।